ਵੇਖਣ ਤੇ ਸਾਰੇ ਭਰਾਵਾਂ ਨੂੰ ਅਸਲਾਮ ਵਾਲੇਕੁਮ। ਸਾਡੇ ਚੈਨਲ ਦਾ ਨਾਮ ਹੈ ਸਾਲੇਪੁਰ ਗੋਟ ਫਾਰਮ। ਉਮੀਦ ਕਰਦਾ ਸਾਰੇ ਭਾਈ ਠੀਕ ਹੋਣਗੇ। ਅੱਛਾ ਦੋਸਤੋ, ਤਕਰੀਬਨ 2 ਦਿਨ ਹੋ ਗਏ ਆ, ਸੂਰਜ ਕੋਈ ਨਹੀਂ ਨਿਕਲਿਆ। ਤੁਸੀਂ ਦੇਖ ਸਕਦੇ ਬਾਹਰ ਧੁੰਦ ਕਿੰਨੀ ਜ਼ਿਆਦਾ ਵਾ। ਤੇ ਆਪਣੇ ਜਾਨਵਰਾਂ ਦਾ ਖਿਆਲ ਰੱਖੋ, ਠੰਡ ਬਹੁਤ ਜ਼ਿਆਦਾ ਵਾ। ਤੇ ਮੈਂ ਚਲੋ ਅੱਜ ਲੇਟ ਪੱਠੇ ਪਾਏ ਆ ਬੱਕਰੀਆਂ ਨੂੰ। ਉਹਦੀ ਵਜ੍ਹਾ ਇਹ ਸੀ, ਮੈਂ ਕਿਹਾ ਚਲੋ ਸੂਰਜ ਵਗੈਰਾ ਨਿਕਲ ਆਏਗਾ, ਲੇਕਿਨ ਨਹੀਂ, 10:30 11 ਵੱਜ ਗਏ ਆ। ਤੇ ਹੁਣ ਜਿਹੜਾ ਮੈਂ ਬੱਕਰੀਆਂ ਨੂੰ ਚਾਰਾ ਵਗੈਰਾ ਪਾਇਆ ਵਾ, ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ। ਤੇ ਮੈਂ ਕਿਹਾ ਚਲੋ ਸ਼ਾਇਦ ਠੰਡ ਜਿਹੜੀ ਘੱਟ ਜਾਵੇ ਅਤੇ ਧੁੱਪ ਵਗੈਰਾ ਨਿਕਲ ਆਵੇ, ਤੇ ਲੇਕਿਨ ਨਹੀਂ। ਤੇ ਮੈਂ ਫਿਰ ਹੁਣ ਨਾ ਬੱਕਰੀਆਂ ਨੂੰ ਅੰਦਰ ਹੀ ਸ਼ੈੱਡ ਦੇ ਵਿੱਚ ਨਾ ਚਾਰਾ ਵਗੈਰਾ ਦਿੱਤਾ ਵਾ। ਹੈ ਤੁਸੀਂ ਦੇਖੋ, ਇਹ ਬੱਕਰੀਆਂ ਜਿਹੜੀਆਂ ਨਾ ਆਪਣਾ ਚਾਰਾ ਵਗੈਰਾ ਖਾ ਰਹੀਆਂ ਨੇ। ਇਹ ਦੇਖ ਲਓ ਵੀਰੋ, ਤੁਸੀਂ ਸਰਦੀ ਦੇ ਵਿੱਚ ਆਪਣੇ ਜਾਨਵਰਾਂ ਨੂੰ ਤੁਸੀਂ ਤਿਲਾਂ ਦਾ ਤੇਲ, ਅਲਸੀ ਦਾ ਤੇਲ, ਠੀਕ ਆ, ਇਸਤੇਮਾਲ ਕਰਵਾਓ। ਜਾਂ ਤੁਸੀਂ ਜਿਹੜਾ ਸ਼ੀਰਾ ਰਾਬ ਆ ਉਹੀ ਤੁਸੀਂ ਨਾ ਜਿਹੜਾ ਰੂਟੀਨ ਦੇ ਨਾਲ ਆਪਣਾ ਦਿੰਦੇ ਰਹੋ ਨਾ ਜਾਨਵਰਾਂ ਨੂੰ, ਅਤੇ ਇਨਸ਼ਾਅੱਲਾ ਜਿਹੜੀ ਹੈ ਨਾ ਸਰਦੀ ਵਗੈਰਾ ਜਾਨਵਰ ਦੇ ਨਜ਼ਦੀਕ ਵੀ ਨਹੀਂ ਆਏਗੀ। ਅਤੇ ਗੰਦਮ ਵਗੈਰਾ ਤੁਸੀਂ ਆਪਣੇ ਜਾਨਵਰਾਂ ਨੂੰ ਲਾਜ਼ਮੀ ਦੇਵੋ, ਦਾਣਾ ਵਗੈਰਾ, ਠੀਕ ਹੈ ਨਾ। ਕਿਉਂਕਿ ਸਰਦੀ ਬਹੁਤ ਜ਼ਿਆਦਾ ਵਾ। ਹੁਣ ਦਿਨ ਬ ਦਿਨ ਜਿਹੜੀ ਸਰਦੀ ਵੱਧਦੀ ਜਾ ਰਹੀ ਹੈ। ਤਕਰੀਬਨ 2-3 ਦਿਨ ਹੋ ਗਏ, ਤੁਹਾਨੂੰ ਪਤਾ ਵਾ ਸਰਦੀ ਕਿੰਨੀ ਜ਼ਿਆਦਾ ਵਾ। ਅੱਗੇ ਤਾਂ ਸਾਰੀ ਦਿਹਾੜੀ ਜਦੋਂ ਸੂਰਜ ਨਿਕਲਿਆ ਰਹਿੰਦਾ ਸੀਗਾ, ਹੁਣ 2-3 ਦਿਨ ਹੋ ਗਏ ਸੂਰਜ ਦਾ ਮੂੰਹ ਵੀ ਨਹੀਂ ਵੇਖਿਆ ਹੈਗਾ। ਅਤੇ ਇਹ ਪਾਠਣੀ ਪੱਠੇ ਖਾ ਰਹੀ ਹੈਗੀ। ਹੁਣ ਨਿੱਕੀ ਖੁੱਲੀ ਲਿਆ ਕੇ ਨਾ ਉਹਦੇ ਵਿੱਚ ਪਾਉਂਦੇ ਹਾਂ ਹੁਣ। ਬਾਕੀ ਤਾਂ ਮਾਸ਼ਾਅੱਲਾ ਖਾ ਰਹੇ ਆ। ਹੁਣ ਬਾਹਰੋਂ ਨਿੱਕੀ ਖੁੱਲੀ ਚੱਕ ਲਈ ਜ਼ਰਾ। ਇਹ ਦੇਖੋ, ਇਹ ਵਿੱਚ ਤੂੜੀ ਵਗੈਰਾ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਆ, ਇਹ ਹੁਣ ਤਕਰੀਬਨ ਆਪਾਂ ਨੂੰ ਤੁਹਾਨੂੰ ਪਤਾ ਚੱਲਦਾ ਤੇ ਚਲੋ ਸਬਜ਼ ਚਾਰਾ ਹੀ ਆ। ਅਤੇ ਇਹ ਗੰਦਮ ਦੇ ਵਿੱਚ ਨਾ ਆਪਾਂ ਜਿਹੜੇ ਦਾਣੇ ਵਗੈਰਾ ਪਾਈ ਦੇ ਆ ਆਪਣੀਆਂ ਬੱਕਰੀਆਂ ਨੂੰ ਨਾ, ਜਿਹੜੇ ਦਾਣੇ ਵਗੈਰਾ ਵਾ ਨਾ, ਅਤੇ ਆਪਾਂ ਉਹ ਜਿਹੜੇ ਇਹਨਾਂ ਦੇ ਵਿੱਚ ਪਾ ਤੂੜੀ ਦੇ ਵਿੱਚ ਦਈ ਦੇ ਆ। ਜਿਵੇਂ ਸ਼ਾਮ ਨੂੰ ਆਪਾਂ ਖੁਸ਼ਕ ਚਾਰਾ ਜਿਵੇਂ ਚਲਾਈਦਾ ਨਾ, ਉਹੀ ਸਿਸਟਮ ਆ ਸਾਰਾ। ਚਲੋ ਮੈਂ ਇਹਨਾਂ ਨੂੰ ਜ਼ਰਾ ਪਾ ਲਵਾਂ ਇਸ ਖੁੱਲੀ 'ਚ ਪੱਠੇ, ਫਿਰ ਤੁਹਾਡੇ ਨਾਲ ਗੱਲ ਕਰਦੇ ਅੱਗੇ ਜੀ। ਦੋਸਤੋ, ਨਿੱਕੀ ਖੁੱਲੀ 'ਚ ਚਾਰਾ ਵਗੈਰਾ ਆਪਾਂ ਪਾਤਾ ਵਾ, ਵੱਡੀ 'ਚ ਵੀ ਪਾਤਾ। ਮਾਸ਼ਾਅੱਲਾ ਜਾਨਵਰ ਆਪਣੀ ਜਿਹੜਾ ਚਾਰਾ ਵਗੈਰਾ ਖਾ ਰਹੇ ਨੇ। ਅਤੇ ਇੱਧਰੋਂ ਹੁਣ ਮੈਂ ਬੂਹਾ ਵੀ ਤਕਰੀਬਨ ਬੰਦ ਕਰਤਾ, ਕਿ ਸਾਰਾ ਖੋਲ੍ਹਿਆ ਸੀ ਨਾ, ਇੱਥੇ ਤੱਕ ਖੋਲ੍ਹਿਆ ਸੀਗਾ, ਮੈਂ ਵੀ ਬੰਦ ਕਰਤਾ। ਅਤੇ ਮਾਸ਼ਾਅੱਲਾ ਹੁਣ ਚਾਰਪਾਈ ਪਈ ਆਪਣੀ, ਚਾਰਪਾਈ 'ਤੇ ਬੈਠੇ ਹਾਂ ਵੀ ਸਕੂਨ ਨਾਲ। ਮਾਹੌਲ ਅੰਦਰ ਨਿੱਘਾ ਵਾ। ਅਤੇ ਇਸ ਮੋਹਰੇ ਵਗੈਰਾ ਸਾਹਮਣੇ ਦੇਖ ਰਹੇ ਹੋ, ਇਹ ਵਾਰਾ ਇੱਥੇ ਤੁਹਾਨੂੰ ਪਤਾ ਆਪਾਂ ਉਹ ਬੰਨੀ ਦੇ ਨਾ ਜਾਨਵਰਾਂ ਨੂੰ। ਅਤੇ ਹੁਣ ਇਹਦਾ ਆਪਾਂ ਆਹ ਮੋਹਰੇ ਵਗੈਰਾ ਵੀ ਬੰਦ ਕਰਨੇ ਇਹਦੇ, ਅਗਰ ਉਤਲੇ ਆ ਸੁਰਾਖ ਵਗੈਰਾ ਨੇ। ਚਲੋ ਖੈਰ ਆ, ਹਵਾ ਦੀ ਥੋੜ੍ਹੀ ਬਹੁਤ ਕ੍ਰਾਸਿੰਗ ਹੁੰਦੀ ਰਹਿੰਦੀ, ਤਾਜ਼ਾ ਹਵਾ ਦੀ। ਲੇਕਿਨ ਇੱਥੋਂ ਦੀ ਮੈਂ ਅੱਗੇ ਹੱਥ ਲਾ ਕੇ ਚੈੱਕ ਕੀਤਾ ਸੀਗਾ, ਠੰਡੀ ਹਵਾ ਆ ਰਹੀ ਹੈ ਨਾ ਅੰਦਰ, ਬਹੁਤ ਜ਼ਿਆਦਾ ਆ ਰਹੀ ਆ। ਅਤੇ ਇਹ ਵੀ ਆਪਾਂ ਹੁਣ ਬੰਦ ਕਰਕੇ ਗਰਿੱਲ ਨਾਲ ਸੁਰਾਖ ਮਰਵਾ ਕੇ ਨਾ ਥੱਲੇ, ਅਤੇ ਉਹਦੇ ਆਪਾਂ ਇੱਕ ਐਂਗਲ ਹੁੰਦਾ ਵਾ ਹੋਰ ਨਾ, ਜਿਹੜਾ ਪੇਚ ਵਾਲਾ ਐਂਗਲ ਜਿਹਾ ਹੁੰਦਾ ਵਾ, ਅਤੇ ਉਹਦੇ ਨਾਲ ਆਪਾਂ ਬੱਕਰੀਆਂ ਇਹ ਬੰਨ੍ਹਿਆ ਕਰਨੀਆਂ ਵਾ। ਛੋਟੀ ਪਾਠੀ ਪੱਠੇ ਖਾ ਰਹੀ ਆ। ਦੋਸਤੋ, ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਸਰਦੀ ਬਹੁਤ ਜ਼ਿਆਦਾ ਵਾ, ਆਪਣੇ ਜਾਨਵਰਾਂ ਦਾ ਖਿਆਲ ਕਰੋ। ਗਰਮੀ ਜਿਹੜੀ ਆ ਬੱਕਰੀ ਨੂੰ ਕੁਛ ਨਹੀਂ ਕਹਿੰਦੀ। ਗਰਮੀ ਦੇ ਵਿੱਚ ਸਿਰਫ ਬੱਕਰੀ ਨੂੰ ਸਾਇਆ ਹੋਵੇ ਨਾ, ਤਾਂ ਬੱਕਰੀ ਜਿਹੜੀ ਆ ਗਰਮੀ ਬਰਦਾਸ਼ਤ ਕਰ ਲੈਂਦੀ ਆ। ਲੇਕਿਨ ਸਰਦੀ ਉਹ ਚੀਜ਼ ਆ ਜਿਹੜੀ ਜਾਨਵਰ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਆ, ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਸਰਦੀ। ਜਾਨਵਰ ਸਾਡੇ ਅੱਧੇ ਰਹਿ ਜਾਂਦੇ ਆ ਸਰਦੀ ਦੀ ਵਜ੍ਹਾ ਤੋਂ, ਨਾ ਖਾਂਦੇ ਪੀਂਦੇ ਆ ਠੀਕ ਨਾਲ, ਠੀਕ ਹੈ ਨਾ, ਅਤੇ ਉੱਤੋਂ ਬਿਮਾਰ ਹੋ ਜਾਂਦੇ ਆ। ਸਰਦੀ 'ਚ ਸਾਡਾ ਜਾਨਵਰ ਬਿਮਾਰ ਹੋ ਜਾਵੇ ਅਤੇ ਉਹ ਹੀ ਐਡੀ ਕੋਈ ਸਿਹਤ ਨਹੀਂ ਫੜਦਾ ਜਲਦੀ। 2 ਮਹੀਨੇ ਤੁਹਾਨੂੰ ਪਤਾ ਟਿਕਾ ਕੇ ਸਰਦੀ ਪੈਂਦੀ ਆ, ਦਸੰਬਰ ਅਤੇ ਜਨਵਰੀ। ਇਹ ਟਿਕਾ ਕੇ ਸਰਦੀ ਪੈਣੀ ਆ 2 ਮਹੀਨੇ ਹੁਣ। ਅਤੇ ਇਹ 2 ਮਹੀਨੇ ਤੁਸੀਂ ਆਪਾਂ ਇੰਤਜ਼ਾਮ ਵਗੈਰਾ ਕਰੋ। ਹੁਣ ਜਿਹੜਾ ਮੇਰੇ ਕੋਲ ਖੁਸ਼ਕ ਚਾਰਾ ਵਾ, ਉਹ ਤੁਹਾਨੂੰ ਪਤਾ ਸਿਰਫ ਤੂੜੀ ਆ। ਮੈਂ ਤੂੜੀ ਦੇ ਵਿੱਚ ਗੰਦਮ ਜਿਹੜੀ ਮਿਕਸ ਕਰਕੇ ਆਪਣੇ ਜਾਨਵਰਾਂ ਨੂੰ ਦਿੰਦਾ ਵਾ। ਦੂਸਰਾ ਹੁਣ ਸਬਜ਼ ਚਾਰਾ ਜਿਹੜਾ ਲਿਆ ਹੋਇਆ ਵਾ ਉਹ ਵਾ। ਅਤੇ ਆਪਣੇ ਜਾਨਵਰਾਂ ਦਾ ਤੁਸੀਂ ਖਿਆਲ ਕਰੋ, ਉਹਨਾਂ ਨੂੰ ਗਰਮ ਚੀਜ਼ਾਂ ਵਗੈਰਾ ਦੇਵੋ, ਤਾਂ ਕਿ ਜਿਹੜੀ ਸਰਦੀ ਵਗੈਰਾ ਨਾ ਉਹ ਬਰਦਾਸ਼ਤ ਕਰਨ ਆਪਣੀ। ਹੁਣ ਜਿਹੜਾ ਮੈਂ ਤੁਹਾਨੂੰ ਅਲਸੀ ਦਾ ਤੇਲ ਜਾਂ ਤਿਲਾਂ ਦਾ ਤੇਲ ਦੇਣ ਨੂੰ ਕਿਹਾ ਵਾ, ਉਹਦੀ ਜਗ੍ਹਾ ਤੁਸੀਂ ਸਰੋਂ ਦਾ ਤੇਲ ਨਾ ਦੇਈ ਜਾਇਓ। ਸਰੋਂ ਦਾ ਤੇਲ ਹੁੰਦਾ ਠੰਡਾ, ਉਹ ਗਰਮੀ ਵਿੱਚ ਬਹੁਤ ਅੱਛਾ ਵਾ। ਗਰਮੀ ਵਿੱਚ ਤੁਸੀਂ ਜਿਹੜਾ ਵਾ ਇਸਤੇਮਾਲ ਕਰਾਓ। ਹਰ ਤੁਸੀਂ ਦੂਏ ਤੀਏ ਦਿਨ ਨਾ ਆਪਣਾ ਜਾਨਵਰਾਂ ਨੂੰ ਅਲਸੀ ਦਾ ਜਾਂ ਤਿਲਾਂ ਦਾ ਤੇਲ ਵਗੈਰਾ ਦੇਈ ਰੱਖੋ। ਅਗਰ ਤੁਹਾਡੇ ਕੋਲ ਹੈਗਾ ਵਾ ਉਹ ਦੇਈ ਰੱਖੋ। ਜਿਵੇਂ ਹੁਣ ਮੇਰੇ ਕੋਲ ਅਲਸੀ ਦਾ ਤੇਲ ਖੈਰ ਨਹੀਂ ਹੈਗਾ, ਤਾਂ ਮੇਰੇ ਕੋਲ ਹੈਗਾ ਸ਼ੀਰਾ ਰਾਬ, ਮੈਂ ਇਹਨਾਂ ਨੂੰ ਉਹ ਪਿਲਾਉਂਦਾ ਵਾ, ਉਹ ਦਿੰਦਾ। ਅਗਰ ਤੁਹਾਡੇ ਕੋਲ ਸ਼ੀਰਾ ਰਾਬ ਵੀ ਨਹੀਂ ਹੈਗਾ, ਤੁਹਾਡੇ ਕੋਲ ਗੁੜ ਤਾਂ ਹੋਏਗਾ ਨਾ,
ਡੇਲੀ ਤੁਸੀਂ ਥੋੜ੍ਹਾ ਥੋੜ੍ਹਾ ਜਿਹੜਾ ਆਪਣੇ ਸਾਰਿਆਂ ਜਾਨਵਰਾਂ ਨੂੰ ਗੁੜ ਵਗੈਰਾ ਦੇਵੋ। ਜਿਹੜੀ ਗੁੜ ਵਾ ਨਾ ਇਹ ਬਹੁਤ ਅੱਛੀ ਚੀਜ਼ ਆ ਸਰਦੀ ਤੋਂ। ਤੇ ਜਿਹੜਾ ਮੈਂ ਹੁਣ ਤਕਰੀਬਨ ਇਹਨਾਂ ਨੂੰ ਕੋਈ ਕਮ ਤੋਂ ਕਮ ਜਿਹੜਾ ਵਾ ਨਾ ਕੋਈ 5-6 ਕਿਲੋ ਜਿਹੜਾ ਸ਼ੀਰਾ ਰਾਬ ਇਹਨਾਂ ਨੂੰ ਮੈਂ ਪਿਲਾ ਚੁੱਕਿਆ। ਤਕਰੀਬਨ ਕੋਈ 5-6 ਕਿਲੋ ਸ਼ੀਰਾ ਰਾਬ ਨਾਲ ਮੈਂ ਇਹਨਾਂ ਨੂੰ ਪਿਲਾ ਚੁੱਕਿਆ ਵਾ ਤਕਰੀਬਨ ਕੋਈ 1 ਮਹੀਨੇ ਦੇ ਵਿੱਚ। ਮੈਂ ਡੇਲੀ ਇਹਨਾਂ ਨੂੰ ਕੋਈ 100-150 ਗ੍ਰਾਮ ਸ਼ੀਰਾ ਰਾਬ ਸਾਰਿਆਂ ਨੂੰ ਦਿੰਦਾ। ਉਹ ਦੇਣ ਦਾ ਤਰੀਕਾ ਵੀ ਤੁਹਾਨੂੰ ਦੱਸਿਆ ਵਾ, ਪਿੱਛੇ ਆਪਣੀ ਵੀਡੀਓ ਵੀ ਹੈਗੀ ਆ। ਜਿਸ ਬੰਦੇ ਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਦੇਣਾ ਵਾ, ਉਹ ਪਿੱਛੇ ਜਾ ਕੇ ਵੀਡੀਓ ਵੀ ਸਾਡੀ ਦੇਖ ਸਕਦਾ ਵਾ ਪ੍ਰੋਫਾਈਲ 'ਤੇ ਜਾ ਕੇ। ਤੇ ਚਾਰਾ ਵਗੈਰਾ ਮਾਸ਼ਾਅੱਲਾ ਆਪਣੀਆਂ ਬੱਕਰੀਆਂ ਨੂੰ ਖਾ ਰਹੀਆਂ ਨੇ। ਇਹ ਹੁਣ ਨਿੱਕੀ ਪੱਠ ਸੀਗੀ, ਇੱਧਰ ਨਹੀਂ ਸੀ ਪੱਠੇ ਖਾ ਰਹੀ ਹੈਗੀ ਨਾ ਵੱਡੀ ਸਾਈਡ 'ਤੇ। ਤੇ ਇਹਨਾਂ ਨੂੰ ਮਾਸ਼ਾਅੱਲਾ ਨਿੱਕੀ ਖੁੱਲੀ 'ਚ ਪਾਇਆ ਵਾ। ਤੇ ਦੋਸਤੋ ਤੁਸੀਂ ਇੱਥੋਂ ਹੁਣ ਖਿਆਲ ਕਰੋ ਕਿ ਬਾਹਰ ਕਿੰਨੀ ਜ਼ਿਆਦਾ ਸਰਦੀ। ਮੈਂ ਉੱਧਰ ਹੁਣ ਆਪਣੇ ਤਾਏ ਉਹਨਾਂ ਦੇ ਘਰੇ ਗਿਆ ਸੀਗਾ, ਉਹਨਾਂ ਦੇ ਨਾ ਕਬੂਤਰ ਵਗੈਰਾ ਬਿਮਾਰ ਸੀਗੇ ਤੇ ਉਹਨਾਂ ਨੂੰ ਦਵਾਈ ਵਗੈਰਾ ਦੇਣ ਗਿਆ ਸੀਗਾ। ਤੇ ਉਹ ਦਵਾਈ ਵਗੈਰਾ ਦੇ ਕੇ ਤੇ ਮੈਂ ਜਦੋਂ ਆਇਆ ਉਹਨਾਂ ਨੇ ਨਾ ਬਾਹਰ ਹੀ ਬੱਕਰੀਆਂ ਬੰਨੀਆਂ ਹੋਈਆਂ ਸੀਗੀਆਂ। ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਬੱਕਰੀ ਆ ਨਾ ਇਹ ਆਪਣੀ ਪੱਠ ਵਰਗੀ ਆ, ਬਾਕੀ ਸਾਰੀਆਂ ਤੋਂ ਨਿੱਕੀਆਂ ਵਾ ਤੇ ਉਹਨਾਂ ਨੇ ਬਾਹਰ ਸਰਦੀ 'ਚ ਬੰਨੀਆਂ ਵਾ। ਤੇ ਮੈਂ ਜੋ ਕਿਹਾ ਵੀ ਇਹਨੂੰ ਬਾਹਰ ਨਾ ਬੰਨੋ ਤੇ ਕਹਿੰਦੇ ਨਹੀਂ ਕੁਛ ਨਹੀਂ ਹੁੰਦਾ ਇਹਨਾਂ ਨੂੰ। ਸਰਦੀ ਦਾ ਪਤਾ ਵਾ ਜਾਨਵਰ ਨੂੰ ਕਿਹੜੇ ਟਾਈਮ ਉਹ ਨੁਕਸਾਨ ਪਹੁੰਚਾਵੇ। ਤੇ ਇਸ ਕਰਕੇ ਮੇਰਾ ਵੀ ਤੁਸੀਂ ਆਪਣੇ ਜਾਨਵਰਾਂ ਦਾ ਲਾਜ਼ਮੀ ਖਿਆਲ ਕਰੋ। ਅੱਜ ਵੀਡੀਓ ਬਣਾਉਣੀ ਕੋਈ ਨਹੀਂ ਸੀ ਹੈਗੀ, ਵੀਡੀਓ ਬਣਾਉਣੀ ਸੀ ਕਿਸੇ ਹੋਰ ਟਾਪਿਕ 'ਤੇ, ਲੇਕਿਨ ਹੁਣ ਸਰਦੀ ਬਹੁਤ ਸੀਗੀ ਵੀ ਚਲੋ ਸਰਦੀ 'ਤੇ ਹੀ ਵੀਡੀਓ ਬਣਾ ਦੀ ਕਿ ਆਪਣੇ ਜਾਨਵਰਾਂ ਦਾ ਖਿਆਲ ਕਰੋ। ਹੁਣ ਮੈਂ ਜਦੋਂ ਛੱਤ ਦੇ ਉੱਪਰ ਆਇਆ ਨਾ, ਅੱਗੇ ਤਾਂ ਬਾਹਰ ਨਹੀਂ ਨਿਕਲੇ ਹੁੰਦੇ ਲੇਕਿਨ ਅੱਜ ਇਹ ਵੀ ਬਾਹਰ ਭੱਜੇ ਫਿਰਨ ਡੇ ਸੀ ਇੱਥੇ। ਹੁਣ ਇਹ ਦੇਖੋ ਕਿੱਦਾਂ ਖੜਾ ਵਾ। ਤੇ ਇਹਦਾ ਵੀ ਹੁਣ ਕੋਈ ਇੰਤਜ਼ਾਮ ਵਗੈਰਾ ਕਰਨਾ ਵਾ ਵੀ ਬਾਹਰ ਆ ਕੇ ਭਾਅ ਵੀ ਕੱਢੀਏ ਤੇ ਸਾਨੂੰ ਖੁਦ ਨਾ ਬਾਹਰ ਨਿਕਲਣ। ਇਹ ਇੱਥੋਂ ਬੰਦ ਵਗੈਰਾ ਕਰਾਂਗੇ ਅੱਛੀ ਤਰ੍ਹਾਂ ਨਾ, ਤਾਂ ਕਿ ਖੁਦ ਬਾਹਰ ਨਾ ਨਿਕਲਣ। ਇਹਨਾਂ ਦਾ ਕੋਈ ਹੱਲ ਵਗੈਰਾ ਕਰਦੇ ਹਾਂ ਅੱਜ। ਬਾਕੀ ਦੋਸਤੋ ਖੁਦਾ ਦਾ ਵਾਸਤੇ ਆਪਣੇ ਜਾਨਵਰਾਂ ਨੂੰ ਬਚਾਓ। ਅਗਰ ਤੁਸੀਂ ਕੰਮ ਕਰਨਾ ਨਾ ਫਾਰਮਿੰਗ ਦਾ ਤੇ ਤੁਸੀਂ 24 ਘੰਟੇ ਜਿਹੜਾ ਆਪਣਾ ਜਾਨਵਰਾਂ ਨੂੰ ਦੇਵੋ। 24 ਘੰਟੇ ਆਪਣੇ ਜਾਨਵਰਾਂ ਦੇ ਵਿੱਚ ਰਹੋ। ਹੁਣ ਮੇਰੇ ਰਾਤ ਦੋਸਤ ਦਾ ਇੱਕ ਮੈਸੇਜ ਆਇਆ, ਕਹਿੰਦਾ ਕਿਸੇ ਬੰਦੇ ਨੇ ਭੁੱਲਣਾ ਹੋਵੇ ਨਾ ਕਿਸੇ ਨੂੰ ਤਾਂ ਤੇਰੇ ਕੋਲੋਂ ਸਿੱਖਿਆ ਵੀ ਕਿੱਦਾਂ ਭੁੱਲੀਦਾ ਵਾ। ਤੇ ਮੈਂ ਉਹਨੂੰ ਇੱਕ ਇਹ ਜਵਾਬ ਦਿੱਤਾ, ਮੈਂ ਕਿਹਾ ਮੇਰੇ ਕੋਲ ਨਾ ਮੈਂ ਆਪਣੇ ਭਾਈ ਨੂੰ ਮੈਸੇਜ ਨਹੀਂ ਕਰਦਾ ਹੈਗਾ ਵੀ ਸਕੇ ਭਰਾ ਨੂੰ ਮੇਰੇ ਕੋਲ ਮੈਸੇਜ ਨਹੀਂ ਹੁੰਦਾ। ਜਦੋਂ ਕਾਲ ਕਰਨੀ ਮੇਰੇ ਭਰਾ ਨੇ ਕਰਨੀ। ਤੇ ਮੈਂ ਕਿਹਾ ਹੁਣ ਮੈਂ ਸਿਰਫ ਜਾਨਵਰਾਂ ਦਾ ਦਿਲ ਆ, ਮੈਂ 24 ਘੰਟੇ ਇਹਨਾਂ ਨੂੰ ਟਾਈਮ ਦੇ ਰਿਹਾ ਵਾਂ। ਕਿਸੇ ਬੰਦੇ ਨਾਲ ਮੇਰਾ ਰਾਬਤਾ ਨਹੀਂ ਹੈਗਾ ਹੋਰ ਨਾਲ, ਨਹੀਂ ਤਾਂ ਮੈਂ 24 ਘੰਟੇ ਬਸ ਵਟਸਐਪ ਤੇ ਟਿਕਟੋਕ ਤੇ ਇਹ ਤੇ ਉਹ ਉਰਾਂ ਪਰਾਂ ਵਾ ਫਰੀ ਜਾਣਾ। ਤੇ ਬਾਕੀ ਇਹ ਹੈਗਾ ਹੁਣ ਜਦੋਂ ਮੈਂ ਕੰਮ ਸ਼ੁਰੂ ਕਰ ਲਿਆ ਵਾ ਤੇ ਮੈਂ ਹੁਣ 24 ਘੰਟੇ ਇੱਧਰ ਆ। ਅਗਰ ਮੈਂ ਕਿਤੇ ਹੋਰ ਵਾਰਾ ਫਿਰੀ ਜਾਵਾਂ ਇਹ ਤਾਂ ਇਹਨਾਂ 'ਤੇ ਮੇਰਾ ਧਿਆਨ ਹੀ ਨਹੀਂ ਰਹਿਣਾ। ਇਹਨਾਂ ਨੇ ਆਪ ਹੀ ਬਸ ਸੁਬਾਹ ਸ਼ਾਮ ਪੱਠੇ ਪਾ ਤੇ ਬਸ ਠੀਕ ਆ ਜੀ ਜਾਨਵਰ ਠੀਕ ਆ। ਉਹ ਹਿਸਾਬ ਨਹੀਂ ਆਪਣਾ, ਉਹ ਹਿਸਾਬ ਅਸੀਂ ਕਰਕੇ ਵੇਖਿਆ ਵਾ ਉਹਦੀ ਕਿੰਨਾ ਕੁ ਨੁਕਸਾਨ ਆ। ਜਦੋਂ ਅਸੀਂ ਫਾਰਮਿੰਗ ਸ਼ੁਰੂ ਕੀਤੀ ਸੀ ਨਾ ਗੋਟ ਫਾਰਮਿੰਗ 2020 ਦੇ ਵਿੱਚ, ਤੇ ਅਸੀਂ ਤਕਰੀਬਨ 2024 ਦੇ ਸ਼ੁਰੂ 'ਤੇ ਅਸੀਂ ਜਿਹੜੀ ਫਾਰਮਿੰਗ ਆਪਣੀ ਖ਼ਤਮ ਕੀਤੀ ਸੀ ਉਹ ਬੱਕਰੀਆਂ ਵਗੈਰਾ ਅਸੀਂ ਸਾਰੀਆਂ ਸੇਲ ਕਰਤੀਆਂ ਸੀਗੀਆਂ। ਅਤੇ ਉਹ 3 ਸਾਲਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ। ਉਹ 3 ਸਾਲਾਂ ਨੇ ਸਾਨੂੰ ਇੰਨਾ ਕੁਝ ਸਿਖਾਇਆ ਕਿ ਅਗਰ ਅਸੀਂ ਉਹ 3 ਸਾਲ ਅਸੀਂ ਫਾਰਮਿੰਗ ਨਾ ਕੀਤੀ ਹੁੰਦੀ ਤਾਂ ਅੱਜ ਅਸੀਂ ਇਹ 'ਚ ਵੀ ਅੱਲਾ ਨਾ ਕਰੇ ਕਿ ਨਾਕਾਮ ਹੋਣਾ ਸੀ ਅਸੀਂ ਇਹਦੇ ਵਿੱਚ। ਉਹ 3 ਸਾਲਾਂ 'ਚ ਅਸੀਂ ਬਹੁਤ ਕੁਝ ਸਿੱਖਿਆ। ਇਸ ਕਰਕੇ ਤੁਹਾਡੇ ਅੱਗੇ ਵੀ ਇਹ ਮਿਹਨਤ ਵਾ ਕੇ ਆਪਣੇ ਜਾਨਵਰਾਂ ਦਾ ਖਿਆਲ ਕਰੋ। ਸਰਦੀ ਬਹੁਤ ਜ਼ਿਆਦਾ ਸ਼ਿੱਦਤ ਅਖਤਿਆਰ ਕਰਨ ਦੀ, ਹੌਲੀ ਹੌਲੀ ਸਰਦੀ ਵਧਣੀ ਆ ਹੁਣ ਦਿਨ ਬ ਦਿਨ, ਘਟਣੀ ਨਹੀਂ ਹੈਗੀ। ਘਟਣ ਵਾਲਾ ਦੌੜ ਗਿਆ ਹੁਣ। ਅੱਗੇ ਤਾਂ ਹੁੰਦਾ ਜੇ ਥੋੜ੍ਹੀ ਬਹੁਤ ਸਰਦੀ ਆ ਅਤੇ ਸਵੇਰੇ ਸਾਜਰੇ ਸੂਰਜ ਨਿਕਲ ਆਉਣਾ, ਚਲੋ ਜੀ ਬਾਹਰ ਕਰਕੇ ਪੁੱਠੇ ਪਾ ਦਿਓ। ਨਹੀਂ, ਅਗਰ ਤੁਹਾਡੇ ਜਿਹੜੀ ਆ ਧੁੱਪ ਨਹੀਂ ਨਿਕਲੀ ਅਤੇ ਤੁਸੀਂ ਜਿਵੇਂ ਹੁਣ ਪਰਦਾ ਵਗੈਰਾ ਵਾ ਤੁਸੀਂ ਸਾਈਡ ਤੋਂ ਥੋੜ੍ਹਾ ਜਿਹਾ ਇਹਦਾ ਨਾ ਚੱਕ ਦਿਓ ਤਾਂ ਕਿ ਟੈਂਪਰੇਚਰ ਜਿਹੜਾ ਨਾਰਮਲ ਹੋਵੇ ਅੰਦਰ ਦਾ। ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਜਾਨਵਰਾਂ ਨੂੰ ਅੰਦਰ ਹੀ ਚਾਰਾ ਵਗੈਰਾ ਪਾਓ। ਹੁਣ ਚਰਾਈ ਵਾਲੇ ਜਾਨਵਰ ਵੀ ਹੈ ਨਾ ਅਗਰ ਉਹ ਵੀ ਤਕਰੀਬਨ ਉਹ 10-11 ਵਜੇ ਜਾਂ 12 ਵਜੇ ਹੀ ਘਰੋਂ ਨਿਕਲਦੇ ਆ ਅਤੇ ਸ਼ਾਮ ਮਗਰਬ ਦੀਆਂ ਅਜ਼ਾਨਾਂ ਦੇ ਨਾਲ ਉਹ ਘਰ ਵਾਪਸ ਆ ਜਾਂਦੇ ਆ। ਉਹ ਵੀ ਸੁਬਾਹ ਸਾਜਰੇ ਲੈ ਕੇ ਨਹੀਂ ਨਿਕਲਦੇ ਹੈਗੇ। ਉਹ ਵੀ 10-11 ਜਾਂ 12 ਵਜੇ ਹੀ ਆਪਣੇ ਜਾਨਵਰਾਂ ਨੂੰ ਬਾਹਰ ਲੈ ਕੇ ਨਿਕਲਦੇ ਆ ਅਤੇ ਸ਼ਾਮ 5-6 ਵਜੇ ਆਪਣੇ ਘਰੇ ਅਤੇ ਮੁੜ ਕੇ ਆ ਕੇ ਉਹਨਾਂ ਨੂੰ ਕੋਈ ਦਾਣਾ ਪਾਣੀ ਉਹਨਾਂ ਨੂੰ ਪਾ ਦਿੰਦੇ ਆ। ਇਸ ਕਰਕੇ ਤੁਸੀਂ ਵੀ ਆਪਣੇ ਜਾਨਵਰਾਂ ਦਾ ਖਿਆਲ ਕਰੋ। ਬਾਕੀ ਮਿਲਦੇ ਇਨਸ਼ਾਅੱਲਾ ਅਗਲੀ ਵੀਡੀਓ 'ਚ। ਉਮੀਦ ਹੈ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਅੱਲਾ ਹਾਫਿਜ਼।